ਇੰਡੀਆਨਾਪੋਲਿਸ ਵਿਖੇ ਇੱਥੋਂ ਦੀ ਫੈਡਐਕਸ ਕੁਰੀਅਰ ਏਜੰਸੀ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 4 ਸਿੱਖਾਂ ਸਮੇਤ ਕੁੱਲ 8 ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ। ਵੀਰਵਾਰ ਨੂੰ ਵਾਪਰੀ ਇਸ ਘਟਨਾ ਵਿੱਚ 19 ਸਾਲਾ ਦੋਸ਼ੀ ਨੇ ਕਈਆਂ ਨੂੰ ਫੱਟੜ ਕਰਨ ਤੋਂ ਬਾਅਦ ਖੁਦ ਨੂੰ ਵੀ ਮੌਤ ਦੇ ਘਾਟ ਉਤਾਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਸਾਲ 2020 ਵਿੱਚ ਵਾਰਦਾਤ ਵਾਲੀ ਥਾਂ ਤੇ ਹੀ ਕੰਮ ਕਰਦਾ ਰਿਹਾ ਹੈ ਅਤੇ ਪਿਛਲੇ ਸਾਲ ਹੀ FBI ਏਜੰਟਾਂ ਨੇ ਉਹਦੀ ਪੁੱਛਗਿੱਛ ਕੀਤੀ ਸੀ, ਜਦੋਂ ਉਸ ਦੀ ਮਾਂ ਨੇ ਉਸ ਦੇ ਸ਼ੱਕੀ ਵਿਹਾਰ ਕਰਕੇ ਪੁਲਿਸ ਨੂੰ ਫੋਨ ਕੀਤਾ ਸੀ। ਦੋਸ਼ੀ ਦੀ ਮਾਂ ਦਾ ਉਸ ਸਮੇਂ ਕਹਿਣਾ ਸੀ ਕਿ ਉਸ ਦੀਆਂ ਹਰਕਤਾਂ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਪੁਲਿਸ ਵਾਲੇ ਨਾਲ ਉਲਝ ਕੇ ਮਾਰਿਆ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਮ੍ਰਿਤਕਾਂ ਦੀ ਸੂਚੀ ਵਿੱਚ ਅਮਰਜੀਤ ਜੌਲ ਉਮਰ 66 ਸਾਲ, ਜਸਵਿੰਦਰ ਕੌਰ ਉਮਰ 64 ਸਾਲ, ਜਸਵਿੰਦਰ ਸਿੰਘ ਉਮਰ 68 ਸਾਲ, ਅਮਰਜੀਤ ਸੇਖੋਂ ਉਮਰ 48 ਸਾਲ, ਕਾਰਲੀ ਸਮਿਥ ਉਮਰ 19 ਸਾਲ, ਜੌਨ ਵਿਜ਼ਟ ਉਮਰ 74 ਸਾਲ, ਮੈਥਿਊ ਆਰ ਐਲੈਗਜ਼ੈਂਡਰ 32 ਸਾਲ ਅਤੇ ਸਮਾਰੀਆ ਬਲੈਕਵੈਲ 19 ਸਾਲ ਦੇ ਨਾਮ ਸ਼ਾਮਿਲ ਹਨ। ਪੁਲਿਸ ਚੀਫ ਰੈਂਡਲ ਟੇਲਰ ਨੇ ਦੱਸਿਆ ਕਿ ਫੈਡਐਕਸ ਵਿੱਚ ਕੰਮ ਕਰਨ ਵਾਲੇ ਬਹੁਤੇ ਸਿੱਖ ਧਰਮ ਨਾਲ ਸੰਬੰਧਿਤ ਹਨ। ਅਮਰੀਕਾ ਦੀ ਸਿੱਖ ਨਾਗਰਿਕ ਅਧਿਕਾਰ ਸੰਸਥਾ ਸਿੱਖ ਕੋਲੀਸ਼ਨ ਨੇ ਵੀ ਮ੍ਰਿਤਕਾਂ ਵਿੱਚ 4 ਸਿੱਖ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਪ੍ਰਸ਼ਾਸਨ ਤੋਂ ਨਿਰਪੱਖ ਅਤੇ ਪੂਰਨ ਜਾਂਚ ਦੀ ਉਮੀਦ ਕਰਦੇ ਹਨ। ਏਸ਼ੀਆਈ ਅਮਰੀਕੀ ਲੋਕਾਂ ਵਿਰੁੱਧ ਹਿੰਸਕ ਘਟਨਾਵਾਂ ਰੋਜ਼ਮਰਾ ਦੀ ਗੱਲ ਬਣਦੀਆਂ ਜਾ ਰਹੀਆਂ ਹਨ। 1 ਮਹੀਨਾ ਪਹਿਲਾਂ ਹੀ ਅਟਲਾਂਟਾ ਵਿੱਚ ਅਜਿਹੇ ਹੀ ਕਾਰੇ ਵਿੱਚ 6 ਏਸ਼ੀਆਈ ਮਾਰੇ ਗਏ ਸਨ। ਅਮਰੀਕਾ ਵਿੱਚ ਇਹ ਇਸ ਸਾਲ ਦੀ ਤੀਜੀ ਘਟਨਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਵਿਚਲੀ ਹਥਿਆਰਬੰਦ ਹਿੰਸਾ ਨੂੰ ਮਹਾਮਾਰੀ ਕਿਹਾ ਸੀ। ਇੱਕ ਬਿਆਨ ਵਿੱਚ ਉਹਨਾਂ ਕਿਹਾ ਹੈ ਕਿ ਬਹੁਤ ਜ਼ਿਆਦਾ ਅਮਰੀਕੀ ਹਥਿਆਰਬੰਦ ਹਿੰਸਾ ਵਿੱਚ ਮਾਰੇ ਜਾ ਰਹੇ ਹਨ। ਇਹ ਸਾਡੇ ਚਰਿੱਤਰ 'ਤੇ ਦਾਗ ਹੈ ਅਤੇ ਅਮਰੀਕੀ ਆਤਮਾ ਨੂੰ ਚੀਰ ਦੇਣ ਵਾਲਾ ਵਰਤਾਰਾ ਹੈ। ਟਵਿੱਟਰ 'ਤੇ ਉਹਨਾਂ ਲਿਖਿਆ ਸੀ ਕਿ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਘਟਾਉਣ ਅਤੇ ਜਾਨਾਂ ਬਚਾਉਣ ਲਈ ਅਸੀਂ ਬੜਾ ਕੁਝ ਕਰ ਸਕਦੇ ਹਾਂ ਅਤੇ ਸਾਨੂੰ ਇਹ ਜ਼ਰੂਰ ਹੀ ਕਰਨਾ ਚਾਹੀਦਾ ਹੈ। ਤਾਜ਼ਾ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸ਼ਟਰਪਤੀ ਨੇ ਅਮਰੀਕੀ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਜਾਰੀ ਕੀਤਾ ਹੈ। ਹਾਲਾਂਕਿ ਦੋਸ਼ੀ ਵੱਲੋਂ ਅੰਜਾਮ ਦਿੱਤੀ ਇਸ ਘਟਨਾ ਪਿਛਲਾ ਮਕਸਦ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ।